ਅੱਜ ਚੰਨ ਬਾਰੇ ਕੁਝ ਹੋਰ ਗੱਲਾਂ ਕਰਦੇ ਹਾਂ ਆਪਾਂ। ਔਰ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਣ ਲੱਗਿਆ ਇਹ ਕੋਈ ਮੇਰੀਆਂ ਨਹੀਂ ਕਹੀਆਂ ਹੋਈਆਂ, ਇਹ ਦੇਵਦੱਤ ਪਟਨਾਇਕ ਜਿਹੜੇ ਇੱਕ ਬਹੁਤ ਮਸ਼ਹੂਰ ਆਥਰ ਨੇ, ਉਹਨਾਂ ਦੀ ਕਿਤਾਬਾਂ ਉੱਥੋਂ ਲੈ ਕੇ ਮੈਂ ਤੁਹਾਨੂੰ ਇਹ ਗੱਲਾਂ ਦੱਸ ਰਿਹਾ। ਔਰ ਸਭ ਤੋਂ ਪਹਿਲੀ ਗੱਲ, ਸ਼ਾਇਦ ਤੁਹਾਨੂੰ ਪਤਾ ਹੈ ਕਿ ਨਹੀਂ ਪਤਾ, ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੇ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਿੱਚ ਇਹ ਕਿਹਾ ਗਿਆ ਕਿ ਧਰਤੀ ਤੋਂ ਇਲਾਵਾ ਅਸਮਾਨ ਦੇ ਵਿੱਚ ਸਵਰਗ ਹੈ, ਔਰ ਧਰਤੀ ਦੇ ਨਿਚਲੇ ਧਰਾਤਲ ਦੇ ਵਿੱਚ ਉੱਥੇ ਕੀ ਹੈ, ਉੱਥੇ ਪਾਤਾਲ ਹੈ। ਧਰਤੀ ਦੇ ਉੱਤੇ ਮਨੁੱਖ ਰਹਿੰਦੇ ਨੇ ਤੇ ਰਾਖਸ਼ ਰਹਿੰਦੇ ਨੇ। ਦੇਵਤੇ ਆਕਾਸ਼ ਦੇ ਵਿੱਚ ਸਵਰਗ ਦੇ ਵਿੱਚ ਰਹਿੰਦੇ ਨੇ, ਔਰ ਉੱਥੇ ਉਹਨਾਂ ਦੀ ਜਿਹੜੀ ਜਗ੍ਹਾ ਹੈ ਉਹਨੂੰ ਅਮਰਾਵਤੀ ਕਿਹਾ ਜਾਂਦਾ ਹੈ। ਉੱਥੇ ਦੇਵਤੇ ਸੁਖ ਮਾਣਦੇ ਨੇ, ਆਨੰਦ ਮਾਣਦੇ ਨੇ, ਔਰ ਉੱਥੇ ਨਾ ਕੋਈ ਦੁੱਖ ਹੈ ਨਾ ਕੋਈ ਤਕਲੀਫ ਹੈ, ਸਿਰਫ ਸੁੱਖ ਹੀ ਸੁੱਖ ਹੈ। ਪਾਤਾਲ ਦੇ ਵਿੱਚ ਉੱਥੇ ਕੌਣ ਰਹਿੰਦਾ ਹੈ? ਉੱਥੇ ਰਹਿੰਦੇ ਨੇ ਅਸੁਰ ਰਹਿੰਦੇ ਨੇ, ਔਰ ਦੇਵਤਿਆਂ ਤੇ ਅਸੁਰਾਂ ਦੇ ਵਿੱਚ ਆਮ ਤੌਰ ਤੇ ਲੜਾਈ ਚੱਲਦੀ ਰਹਿੰਦੀ ਹੈ। ਔਰ ਇਹ ਲੜਾਈ ਕੰਟੀਨਿਊਸਲੀ ਜਿਹੜੀ ਸੀਗੀ ਹਰ ਸਾਲ ਹਰ ਵਾਰ ਹੁੰਦੀ ਹੈ। ਉਹਦੇ ਵਿੱਚ ਜਿਹੜਾ ਜਿੱਤੇਗਾ ਉਹੀ ਜਿਹੜਾ ਸੀਗਾ ਫਿਰ ਕਿਤੇ ਨਾ ਕਿਤੇ ਸਵਰਗ ਦਾ ਦੇਵਤਾ ਜਾਂ ਮਾਲਕ ਬਣੇਗਾ ਉੱਥੇ ਉਹ। ਤਾਂ ਜਦੋਂ ਵੀ ਇਹ ਲੜਾਈ ਹੁੰਦੀ ਹੈ ਤਾਂ ਉਸ ਲੜਾਈ ਦੇ ਵਿੱਚ ਸਭ ਤੋਂ ਪਹਿਲਾਂ ਕਰਨਾ ਕੀ ਹੁੰਦਾ ਹੈ? ਪਹਿਲਾਂ ਦੇਵਤਿਆਂ ਨੇ ਪੂਜਾ ਕਰਾਉਣੀ ਹੁੰਦੀ ਹੈ, ਯੱਗ ਕਰਾਉਣਾ ਹੁੰਦਾ ਹੈ। ਜੇ ਯੁੱਧ ਵਿੱਚ ਜਿੱਤਣਾ ਹੈ ਤਾਂ ਯੁੱਧ ਦੀ ਜਿੱਤ ਵਾਸਤੇ ਤਾਂ ਉਹਦੇ ਵਾਸਤੇ ਪਹਿਲਾਂ ਯੱਗ ਤਾਂ ਹੋਏਗਾ, ਤਾਂ ਹੀ ਉਹਨਾਂ ਨੂੰ ਜਿਹੜਾ ਜੰਗ ਹੈ ਜਾਂ ਯੁੱਧ ਹੈ ਉਹਦੇ ਵਿੱਚ ਜਿੱਤ ਮਿਲੇਗੀ। ਇਹ ਯੱਗ ਕੌਣ ਕਰਦੇ ਨੇ? ਇਹ ਯੱਗ ਕਰਦੇ ਨੇ ਰਿਸ਼ੀ ਬ੍ਰਹਸਪਤੀ, ਉਹ ਕਰਦੇ ਨੇ। ਹੁਣ ਜਦੋਂ ਵਾਰੀ ਆਈ ਇਸ ਗੱਲ ਦੀ ਕਿ ਯੁੱਧ ਹੋਣ ਵਾਲਾ ਹੈ ਔਰ ਜਿਹੜੇ ਅਸੁਰ ਤਿਆਰ ਬੈਠੇ ਨੇ ਹਮਲਾ ਕਰਨ ਵਾਸਤੇ, ਤਾਂ ਦੇਵਤੇ ਭੱਜੇ ਭੱਜੇ ਰਿਸ਼ੀ ਬ੍ਰਹਸਪਤੀ ਕੋਲ ਆਏ ਕਿ ਮਹਾਰਾਜ ਯੱਗ ਕਰੋ ਕਿਉਂਕਿ ਲੜਾਈ ਛੜਨ ਵਾਲੀ ਹੈ। ਤਾਂ ਰਿਸ਼ੀ ਬ੍ਰਹਸਪਤੀ ਨੇ ਉਹਦੀ ਤਿਆਰੀ ਕੀਤੀ। ਹੁਣ ਇੱਥੇ ਥੋੜਾ ਜਿਹਾ ਹੈ ਇੱਕ ਮੋੜ ਆਉਂਦਾ ਗੱਲ ਦੇ ਵਿੱਚ। ਉਹ ਮੋੜ ਕੀ ਆਉਂਦਾ ਕਿ ਜਿਹੜਾ ਵੀ ਯੱਗ ਹੁੰਦਾ ਹੈ ਉਹ ਤਾਂ ਹੀ ਸੰਪੂਰਨ ਹੋ ਸਕਦਾ ਹੈ ਜਦੋਂ ਕਿ ਰਿਸ਼ੀ ਦੇ ਨਾਲ ਉਹਨਾਂ ਦੀ ਵੋਟੀ ਬੈਠੀ ਹੋਵੇ। ਹੁਣ ਰਿਸ਼ੀ ਜਿਹੜੇ ਬ੍ਰਹਸਪਤੀ ਨੇ ਉਹਨਾਂ ਦੀ ਵੋਟੀ ਦਾ ਨਾਮ ਹੈ ਤਾਰਾ। ਰਿਸ਼ੀ ਮਹਾਰਾਜ ਉਹ ਆਮ ਤੌਰ ਤੇ ਸਿਰਫ ਪੜ੍ਹਾਈ ਲਿਖਾਈ ਦੇ ਵਿੱਚ ਜਾਂ ਇਹ ਤੰਤਰ ਵਿਦਿਆ ਉਹਦੇ ਵਿੱਚ ਬਿਜ਼ੀ ਨੇ, ਉਹਨਾਂ ਦਾ ਤਾਰਾ ਵੱਲ ਕੋਈ ਖਿਆਲ ਨਹੀਂ। ਪਰ ਉਹਨਾਂ ਦਾ ਮੇਨ ਕੰਸਰਨ ਕੀ ਹੈ? ਉਹਨਾਂ ਦਾ ਮੇਨ ਕੰਸਰਨ ਹੈ ਪੜ੍ਹਾਈ ਲਿਖਾਈ ਔਰ ਆਪਣੇ ਵੇਦ ਵਿਆਸ ਉਹਨਾਂ ਨੂੰ ਪੜ੍ਹਨਾ ਹੈ। ਪਰ ਤਾਰਾ ਨੂੰ ਕੀ ਚੰਗਾ ਲੱਗਦਾ? ਉਹਨੂੰ ਤਾਂ ਪਿਆਰ ਚਾਹੀਦਾ, ਉਹਨੂੰ ਚਾਹੀਦਾ ਸਤਿਕਾਰ ਚਾਹੀਦਾ। ਔਰ ਚੰਨ ਇਹ ਗੱਲ ਭਾਪ ਗਿਆ ਕਿਤੇ ਨਾ ਕਿਤੇ ਕਿ ਤਾਰਾ ਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ ਨੇ, ਔਰ ਉਹਨੇ ਜਾ ਕੇ ਫਿਰ ਤਾਰਾ ਦੇ ਉੱਤੇ ਕੋਈ ਆਪਣਾ ਚੱਕਰ ਚਲਾਇਆ ਔਰ ਤਾਰਾ ਉਹਦੇ ਚੱਕਰ 'ਚ ਫਸ ਗਈ। ਔਰ ਉਹਦੇ ਨਾਲ ਕੀ ਹੋਇਆ ਜੀ? ਤਾਰਾ ਚੰਨ ਦੇ ਨਾਲ ਭੱਜ ਗਈ। ਇੱਧਰ ਯੱਗ ਦੀ ਤਿਆਰੀ ਹੋ ਚੁੱਕੀ ਹੈ ਔਰ ਉਧਰ ਤਾਰਾ ਚੰਨ ਦੇ ਨਾਲ ਭੱਜ ਚੁੱਕੀ ਹੈ। ਜਦੋਂ ਰਿਸ਼ੀ ਸਾਹਿਬ ਨੂੰ ਪਤਾ ਲੱਗਿਆ ਕਿ ਤਾਰਾ ਤਾਂ ਹੈ ਨਹੀਂ, ਉਹਨਾਂ ਨੇ ਕਿਹਾ ਇਹ ਤਾਂ ਯੱਗ ਹੋ ਹੀ ਨਹੀਂ ਸਕਦਾ, ਕਿ ਜਦੋਂ ਤੱਕ ਬੀਵੀ ਨਾਲ ਨਾ ਬੈਠੀ ਹੋਵੇ ਤਾਂ ਯੱਗ ਤਾਂ ਪੂਰਾ ਹੋ ਹੀ ਨਹੀਂ ਸਕਦਾ। ਬਸ ਫਿਰ ਕੀ ਸੀਗਾ, ਦੇਵਤਿਆਂ ਨੂੰ ਪੈ ਗਈਆਂ ਭਾਜੜਾਂ। ਉਹਨਾਂ ਨੇ ਕਿਹਾ ਜੀ ਕਿ ਹੁਣ ਕੀ ਕਰੀਏ? ਤਾਂ ਰਿਸ਼ੀ ਸਾਹਿਬ ਤਾਂ ਜਿਹੜੇ ਸੀਗੇ ਬਹੁਤ ਲਾਲ ਪੀਲੇ ਸੀਗੇ। ਕਹਿੰਦੇ ਪਹਿਲਾਂ ਤਾਰਾ ਨੂੰ ਬੁਲਾ ਕੇ ਲਿਆਓ ਤਾਂ ਹੀ ਯੱਗ ਪੂਰਾ ਹੋਏਗਾ, ਉਸ ਤੋਂ ਬਿਨਾਂ ਤਾਂ ਯੱਗ ਨਹੀਂ ਹੋਏਗਾ। ਤਾਂ ਦੇਵਤੇ ਭੱਜੇ ਭੱਜੇ ਤਾਰਾ ਦੇ ਕੋਲ ਗਏ ਔਰ ਜਾ ਕੇ ਫਿਰ ਬੇਨਤੀ ਕੀਤੀ ਉਹਨੂੰ ਕਿ ਭਲੀ ਲੋਕ ਚੱਲ, ਨਹੀਂ ਤਾਂ ਜਿਹੜਾ ਦੇਵ ਲੋਕ ਸਾਰੇ ਦਾ ਸਾਰਾ ਬਰਬਾਦ ਹੋ ਜਾਏਗਾ, ਅਸੁਰਾਂ ਨੇ ਇੱਥੇ ਆ ਕੇ ਕਬਜ਼ਾ ਕਰ ਲੈਣਾ। ਤਾਂ ਫਿਰ ਤਾਰਾ ਮੰਨ ਗਈ ਇਸ ਗੱਲ ਨੂੰ ਔਰ ਆ ਕੇ ਉਹਨੇ ਰਿਸ਼ੀ ਬ੍ਰਹਸਪਤੀ ਦੇ ਨਾਲ ਬੈਠ ਕੇ ਉਸ ਯੱਗ ਨੂੰ ਪੂਰਾ ਕਰਵਾਇਆ। ਹੁਣ ਯੱਗ ਤਾਂ ਪੂਰਾ ਹੋ ਗਿਆ, ਪਰ ਪਤਾ ਇਹ ਲੱਗਿਆ ਕਿ ਤਾਰਾ ਗਰਭਵਤੀ ਹੈ ਪੇਟ ਤੋਂ। ਤਾਂ ਰਿਸ਼ੀ ਸਾਹਿਬ ਨੇ ਪੁੱਛਿਆ ਕਿ ਇਹ ਪੇਟ ਦੇ ਵਿੱਚ ਤੇਰੇ ਬੱਚਾ ਜੋ ਹੈ ਇਹ ਕਿਹਦਾ ਬੱਚਾ ਹੈ? ਤਾਂ ਤਾਰਾ ਚੁੱਪ ਰਹੀ, ਉਹਨੇ ਨਹੀਂ ਦੱਸਿਆ। ਪਰ ਇਹ ਕਿਹਾ ਜਾਂਦਾ ਹੁਣ, ਜਿਹੜਾ ਕਿ ਕਿਤਾਬਾਂ 'ਚ ਲਿਖਿਆ ਹੈ, ਗ੍ਰੰਥਾਂ 'ਚ ਲਿਖਿਆ ਕਿ ਬੱਚੇ ਨੇ ਅੰਦਰੋਂ ਆਵਾਜ਼ ਮਾਰੀ, ਮਾਂ ਮੈਨੂੰ ਦੱਸ ਕਿ ਮੈਂ ਕਿਹਦਾ ਵੀ ਹਾਂ। ਤਾਂ ਫਿਰ ਜਦੋਂ ਪਹਿਲਾਂ ਤਾਂ ਤਾਰਾ ਨੇ ਦੱਸਿਆ ਨਹੀਂ, ਪਰ ਜਦੋਂ ਉਹਨੇ ਬਾਰ-ਬਾਰ ਪੁੱਛਿਆ ਤਾਂ ਤਾਰਾ ਨੇ ਚੁੱਪੇ ਜੇ ਦੱਸਿਆ, ਹੌਲੀ ਜੇ ਦੱਸਿਆ ਕਿ ਤੂੰ ਚੰਨ ਦਾ ਪੁੱਤਰ ਹੈ। ਬਸ ਕੀ ਹੋਣਾ ਸੀ? ਰਿਸ਼ੀ ਸਾਹਿਬ ਤਾਂ ਉਹਨਾਂ ਤਾਂ ਲਾਲ ਪੀਲੇ ਹੋ ਗਏ ਕਿ ਵੋਟੀ ਮੇਰੀ ਤੇ ਬੱਚਾ ਕਿਸੇ ਹੋਰ ਦਾ, ਔਰ ਉਹ ਬਹੁਤ ਨਾਰਾਜ਼ ਹੋ ਗਏ। ਦੇਵਤੇ ਉਹਨਾਂ ਨੇ ਸੋਚਿਆ ਕਿ ਹੁਣ ਕੀ ਕਰੀਏ। ਉਹ ਗਏ ਉਹਨਾਂ ਦੇ ਕੋਲ
ਔਰ ਪਰ ਰਿਸ਼ੀ ਸਾਹਿਬ ਨੇ ਕਿਹਾ ਕਿ ਤਾਰਾ ਜਿਹੜਾ ਬੱਚਾ ਤੇਰੇ ਹੋਏਗਾ ਹੁਣ, ਉਹ ਨਾ ਬੰਦਾ ਹੋਏਗਾ ਨਾ ਔਰਤ ਹੋਏਗੀ, ਉਹ ਨਿਊਟਰ ਹੋਏਗਾ। ਉਹ ਐਡਾ ਵੱਡਾ ਸ਼ਰਾਪ ਜਿਹੜਾ ਸੀਗਾ ਉਹਨਾਂ ਨੇ ਦੇ ਦਿੱਤਾ ਤਾਰਾ ਨੂੰ। ਤਾਂ ਉਸ ਤੋਂ ਬਾਅਦ ਜਦੋਂ ਦੇਵਤੇ ਗਏ ਉਹਨਾਂ ਦੇ ਕੋਲ ਤੇ ਜਾ ਕੇ ਸਮਝਾਇਆ ਰਿਸ਼ੀ ਸਾਹਿਬ ਨੂੰ ਕਿ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਖੇਤ ਦੇ ਵਿੱਚ ਬੀਜ ਕਿਸੇ ਨੇ ਪਾਇਆ ਹੋਵੇ, ਪਰ ਖੇਤ ਦਾ ਮਾਲਕ ਕੌਣ ਹੈ, ਉਸ ਫਸਲ ਦਾ ਮਾਲਕ ਕੌਣ ਹੈ, ਉਸ ਜਿਹੜੀ ਫਸਲ ਦਾ ਮਾਲਕ ਹੈ ਉਹੀ ਕਿਸਾਨ ਹੁੰਦਾ ਜਿਹਦੀ ਉਹ ਜ਼ਮੀਨ ਹੁੰਦੀ ਹੈ। ਇਸੇ ਤਰੀਕੇ ਨਾਲ ਭਾਵੇਂ ਤਾਰਾ ਦਾ ਵਿੱਚ ਪੇਟ ਦੇ ਵਿੱਚ ਬੱਚਾ ਭਾਵੇਂ ਕਿਸੇ ਹੋਰ ਦਾ ਹੈ, ਪਰ ਕਿਉਂਕਿ ਤੁਸੀਂ ਉਹਦੇ ਪਤੀ ਹੋ ਇਸ ਕਰਕੇ ਉਹ ਬੱਚਾ ਤੁਹਾਡਾ ਹੀ ਕਹਾਇਆ ਜਾਏਗਾ। ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਉਸ ਤੋਂ ਬਾਅਦ ਇਹੀ ਕਾਨੂੰਨ ਜਿਹੜਾ ਸੀਗਾ ਇਹ ਚੱਲਿਆ ਆ ਰਿਹਾ। ਤੁਸੀਂ ਦੇਖਿਆ ਹੋਣਾ ਮਹਾਭਾਰਤ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਧ੍ਰਿਤਰਾਸ਼ਟਰ ਹੋ ਗਏ, ਪਾਂਡੂ ਹੋ ਗਏ, ਵਿਦੁਰ ਹੋ ਗਏ, ਇਹ ਬੱਚੇ ਵਿਚਿੱਤਰ ਵਿਦਿਆ ਦੇ ਨਹੀਂ ਸਨ, ਜਿਹੜਾ ਕਿ ਅਸਲ ਦੇ ਵਿੱਚ ਉਹਨਾਂ ਦਾ ਪਿਓ ਸੀ। ਇਹ ਬੱਚੇ ਐਕਚੁਅਲੀ ਜਿਹੜਾ ਸੀਗਾ ਇਹ ਵੇਦ ਵਿਆਸ ਨੇ ਨਿਯੋਗ ਰਾਹੀਂ ਪੈਦਾ ਕੀਤੇ ਸਨ, ਕਿਉਂਕਿ ਵਿਚਿੱਤਰ ਵਿਦਿਆ ਜਿਹੜਾ ਸੀਗਾ ਉਹ ਬੱਚੇ ਪੈਦਾ ਕਰਨ ਦੇ ਆਪ ਕਾਬਿਲ ਨਹੀਂ ਸੀਗੇ। ਪਰ ਇਹ ਬੱਚੇ ਕਦੇ ਕਹਾਏ ਜਾਂਦੇ ਨੇ, ਬੱਚੇ ਵਿਚਿੱਤਰ ਵਿਦਿਆ ਦੀ ਕਹਾਏ ਜਾਂਦੇ ਨੇ। ਇਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਧਾਰਮਿਕ ਤੌਰ ਦੇ ਉੱਤੇ ਸਾਡੀ ਮਾਈਥੋਲੋਜੀ ਦੇ ਵਿੱਚ ਇਹ ਚੀਜ਼ ਬਣ ਗਈ ਔਰ ਇਹ ਕਾਨੂੰਨ ਬਣ ਗਿਆ ਕਿ ਫਾਦਰਹੁੱਡ ਦਾ ਜਿਹੜਾ ਕਨਸੈਪਟ ਹੈਗਾ ਉਹ ਮੈਰਿਜ ਤੋਂ ਡਿਫਾਈਨ ਹੋਏਗਾ, ਹੋਰ ਕਿਸੇ ਚੀਜ਼ ਤੋਂ ਡਿਫਾਈਨ ਨਹੀਂ ਹੋਏਗਾ। ਕੁਝ ਇੱਕ ਗੱਲਾਂ ਹੋਰ ਚੰਨ ਬਾਰੇ ਵੀ ਆਪਾਂ ਕਰਾਂਗੇ, ਪਰ ਅੱਜ ਇੰਨਾ ਹੀ।